Band 9 Structure for IELTS Academic Writing Task 1। ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਰਾਈਟਿੰਗ ਟਾਸਕ 1 ਦੇ ਵਿੱਚ ਸਟਰਕਚਰ ਬੈਂਡ 9 ਲਈ ਤੁਸੀਂ ਕਿਹੜਾ ਯੂਜ਼ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਥੰਬਨੇਲ ਦੇ ਉੱਪਰ ਦੇਖਿਆ ਹੋਣਾ ਕਿ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਆ ਜੋ ਕਿ ਸਟਰਕਚਰ ਗਲਤ ਫੋਲੋ ਕਰਦੇ ਆ। ਬਹੁਤ ਸਾਰੀ ਜਗ੍ਹਾ ਇੱਦਾਂ ਦੀਆਂ ਜਿੱਥੇ ਕਿ ਸਟਰਕਚਰ ਨੂੰ ਇੰਪਲੀਮੈਂਟ ਕਰਨਾ ਸਿਖਾਇਆ ਜਾਂਦਾ ਹੈ, ਲੇਕਿਨ ਮੈਂ ਤੁਹਾਨੂੰ ਦੱਸਦਾ ਕਿ ਜੋ ਬੈਂਡ ਡਿਸਕ੍ਰਿਪਟਰ ਦੇ ਅਕੋਰਡਿੰਗ ਜੋ ਐਗਜ਼ਾਮੀਨਰ ਦੇਖਣਾ ਚਾਹੁੰਦਾ ਹੈ, ਸੋ ਬਹੁਤ ਸਾਰੇ ਸਟੂਡੈਂਟਸ ਫੇਲ ਹੋ ਜਾਂਦੇ ਉਹ ਸਟਰਕਚਰ ਦਿਖਾਉਣ ਲਈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਰਾਈਟਿੰਗ ਟਾਸਕ 1 ਦੇ ਵਿੱਚ ਕਿਹੜਾ ਸਟਰਕਚਰ ਤੁਸੀਂ ਯੂਜ਼ ਕਰ ਸਕਦੇ ਹੋ ਔਰ ਕਿਹੜਾ ਸਟਰਕਚਰ ਤੁਹਾਨੂੰ ਯੂਜ਼ ਕਰਨਾ ਚਾਹੀਦਾ ਹੈ। ਔਰ ਅਗਰ ਤੁਸੀਂ ਗਲਤ ਸਟਰਕਚਰ ਯੂਜ਼ ਕਰ ਰਹੇ ਹੋ ਸੋ ਪਲੀਜ਼ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ, ਬਿਕੋਜ਼ ਇਹ ਵੀਡੀਓ ਦੇਖਣ ਤੋਂ ਬਾਅਦ ਅਗਰ ਤੁਹਾਡਾ ਬੈਂਡ ਸਕੋਰ 5.5 ਆ ਰਿਹਾ ਹੈ ਤਾਂ ਇਮੀਡੀਏਟਲੀ ਤੁਹਾਡਾ ਬੈਂਡ ਸਕੋਰ ਅਗਰ ਮੈਂ ਗੱਲ ਕਰਾਂ 7.5 ਜਾਂ ਫਿਰ 8 ਜਾਂ 8.5 ਹੋ ਸਕਦਾ ਹੈ, ਰਾਈਟ। ਐਂਡ ਔਰ ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਸੋ ਪਲੀਜ਼ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਦਿਸ YouTube ਚੈਨਲ, ਬਿਕੋਜ਼ ਇਸ ਤਰੀਕੇ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਰਾਈਟਿੰਗ ਤੋਂ ਰਿਲੇਟਡ, ਸਪੀਕਿੰਗ ਤੋਂ ਰਿਲੇਟਡ, ਰੀਡਿੰਗ ਲਿਸਨਿੰਗ ਤੋਂ ਰਿਲੇਟਡ ਮੈਂ ਇਸ YouTube ਚੈਨਲ ਦੇ ਉੱਪਰ ਮੈਂ ਅਪਲੋਡ ਕਰਦਾ ਰਹਿਣਾ। ਸੋ ਪਲੀਜ਼ ਵਾਚ ਦਿਸ ਵੀਡੀਓ ਟਿਲ ਦੈਨ। ਲੈਟਸ ਬਿਗਿਨ। ਓਕੇ, ਸੋ ਹੁਣ ਗੱਲ ਕਰਦੇ ਹਾਂ ਜੀ ਆਪਣੇ ਸਟਰਕਚਰ ਦੀ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਪਲੈਨਿੰਗ। ਨੰਬਰ 1 ਇਜ਼ ਪਲੈਨਿੰਗ। ਪਲੈਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਈਟਿੰਗ ਟਾਸਕ 1 ਦੇ ਲਈ, ਈਵਨ ਰਾਈਟਿੰਗ ਟਾਸਕ 2। ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਰਾਈਟਿੰਗ ਟਾਸਕ 1 ਦੇ ਵਿੱਚ ਪਲੈਨਿੰਗ ਕਿਸ ਤਰੀਕੇ ਨਾਲ ਕਰਨੀ ਹੈ ਔਰ ਪਲੈਨਿੰਗ ਤੁਹਾਨੂੰ ਕਰਨੀ ਕਿਉਂ ਚਾਹੀਦੀ ਹੈ। ਵਾਈ ਸ਼ੁਡ ਵੀ ਪਲਾਨ। ਬਹੁਤ ਸਾਰੇ ਸਟੂਡੈਂਟਸ ਹੈ ਜੋ ਪਲੈਨਿੰਗ ਬਿਲਕੁਲ ਨਹੀਂ ਕਰਦੇ। ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਜੋ ਰਾਈਟਿੰਗ ਟਾਸਕ 1 ਹੈ ਇਟਸ ਅ ਥਿੰਕਿੰਗ ਟਾਸਕ। ਇਹ ਇੱਕ ਸੋਚਣ ਵਾਲਾ ਟਾਸਕ ਹੈ ਜਿਹਦੇ ਵਿੱਚ ਐਗਜ਼ਾਮੀਨਰ ਇਹ ਚੈੱਕ ਕਰਨਾ ਚਾਹੁੰਦਾ, ਐਗਜ਼ਾਮੀਨਰ ਵਾਂਟਸ ਟੂ ਸੀ ਕਿ ਤੁਸੀਂ ਡੈਮੋਨਸਟ੍ਰੇਟ ਕਰ ਸਕਦੇ ਹੋ ਕਿ ਜੋ ਤੁਸੀਂ ਡੇਟਾ ਜਾਂ ਇਨਫੋਰਮੇਸ਼ਨ ਜੋ ਟਾਸਕ 1 ਦੇ ਵਿੱਚ ਮੈਂਸ਼ਨ ਕੀਤੀ ਗਈ ਹੈ, ਸੋ ਇਟਸ ਅਬਾਊਟ ਥਿੰਕਿੰਗ ਕਿ ਜੋ ਡੇਟਾ ਮੈਂਸ਼ਨ ਕੀਤਾ ਹੋਇਆ ਤੁਸੀਂ ਉਸ ਚੀਜ਼ ਬਾਰੇ ਪ੍ਰੋਪਰ ਤਰੀਕੇ ਨਾਲ ਡੈਮੋਨਸਟ੍ਰੇਟ ਕਰ ਪਾ ਰਹੇ ਹੋ ਜਾਂ ਨਹੀਂ ਕਰ ਪਾ ਰਹੇ। ਸੋ ਬਹੁਤ ਸਾਰੇ ਸਟੂਡੈਂਟਸ ਕੀ ਕਰਦੇ ਆ, ਪਲੈਨਿੰਗ ਕਰਦੇ ਨੇ, ਸਿੱਧਾ ਰਾਈਟਿੰਗ ਟਾਸਕ 2 ਜਾਂ ਟਾਸਕ 1 ਲਿਖਣਾ ਸ਼ੁਰੂ ਕਰ ਦਿੰਦੇ ਆ ਬਿਨਾਂ ਪਲੈਨਿੰਗ ਤੋਂ। ਹੁੰਦਾ ਕੀ ਹੈ, ਜਦੋਂ ਮੌਕੇ ਤੇ ਜਾ ਕੇ ਲਿਖਣਾ ਸ਼ੁਰੂ ਕਰਦੇ ਇਨਫੋਰਮੇਸ਼ਨ ਨੂੰ ਤਾਂ ਪਲੈਨਿੰਗ ਦੇ ਨਾ ਹੋਣ ਕਰਕੇ ਟਾਈਮ ਹੋ ਸਕਦਾ ਉੱਪਰ ਚਲਾ ਜਾਵੇ, 25 ਮਿੰਟ ਹੋ ਸਕਦੇ, 30 ਮਿੰਟ ਹੋ ਸਕਦੇ, 35 ਮਿੰਟ ਹੋ ਸਕਦੇ, ਬਿਕੋਜ਼ ਯੂ ਨੋ ਦਿਸ ਦੈਟ ਯੂ ਵਿਲ ਗੈਟ ਓਨਲੀ 60 ਮਿੰਟਸ ਫॉर ਰਾਈਟਿੰਗ ਟਾਸਕ 1 ਐਂਡ ਟਾਸਕ 2। ਆਲਦੋ ਟਾਸਕ 2 ਪਹਿਲੇ ਲਿਖਣਾ ਚਾਹੀਦਾ, ਲੇਕਿਨ ਅਗਰ ਤੁਸੀਂ ਟਾਸਕ 1 ਪਹਿਲੇ ਲਿਖਣਾ ਚਾਹੋ ਤਾਂ ਤੁਸੀਂ ਲਿਖ ਸਕਦੇ ਹੋ। ਬਟ ਆਈ ਵੁੱਡ ਸੁਜੈਸਟ ਦੈਟ ਯੂ ਫਰਸਟ ਗੋ ਫॉर ਟਾਸਕ 2, ਉਸ ਤੋਂ ਬਾਅਦ ਤੁਸੀਂ ਟਾਸਕ 1 ਲਿਖੋ। ਲੇਕਿਨ ਟਾਸਕ 1 ਲਿਖਣ ਤੋਂ ਪਹਿਲਾਂ ਅਗਰ ਤੁਸੀਂ ਪਲੈਨਿੰਗ ਕਰਦੇ ਹੋ, ਇਹ ਵੀ ਮੈਂ ਤੁਹਾਨੂੰ ਦੱਸੂਗਾ ਕਿ ਪਲੈਨਿੰਗ ਕਰਨੀ ਕਿਵੇਂ ਹੈ। ਪਲੈਨਿੰਗ ਸਭ ਤੋਂ ਪਹਿਲਾਂ ਤਾਂ ਪਲੈਨਿੰਗ ਦਾ ਫਾਇਦਾ ਦੇਖੋ। ਪਲੈਨਿੰਗ ਦਾ ਫਾਇਦਾ ਕੀ ਹੋਊਗਾ? ਸਭ ਤੋਂ ਪਹਿਲਾਂ ਪਲੈਨਿੰਗ ਦਾ ਬੈਨੀਫਿਟ ਹੋਏਗਾ ਇਟ ਵਿਲ ਸੇਵ ਯੂ ਲੋਟ ਆਫ ਟਾਈਮ। ਬਹੁਤ ਜ਼ਿਆਦਾ ਟਾਈਮ ਤੁਹਾਡਾ ਸੇਵ ਹੋਏਗਾ, ਕਿਉਂਕਿ ਅਗਰ ਤੁਸੀਂ ਪਲੈਨਿੰਗ ਕੀਤੀ ਹੋਈ ਹੈ ਤਾਂ ਤੁਹਾਡੀ ਜਿਹੜੀ ਰਾਈਟਿੰਗ ਹੈ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਪਏਗੀ। ਜੇ ਤੁਸੀਂ ਲਿਖੋਗੇ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਮੈਂ ਲਿਖਣਾ ਕੀ ਹੈ, ਮੈਂ ਕਿਹੜੀ ਇਨਫੋਰਮੇਸ਼ਨ ਮੈਂ ਮੈਂਸ਼ਨ ਕਰਨੀ ਹੈ। ਸੋ ਇਮੀਡੀਏਟਲੀ ਤੁਸੀਂ ਲਿਖੋਗੇ ਔਰ ਤੁਹਾਡੀ ਜਿਹੜੀ ਰਾਈਟਿੰਗ ਹੋਗੀ ਉਹ ਬਹੁਤ ਜ਼ਿਆਦਾ ਫਾਸਟ ਹੋ ਜਾਏਗੀ, ਕੁਇਕ ਹੋ ਜਾਏਗੀ, ਅਗਰ ਤੁਸੀਂ ਪਹਿਲਾਂ ਪਲਾਨ ਕੀਤਾ ਹੋਇਆ ਤਾਂ। ਨੰਬਰ 2 ਜੋ ਟਾਸਕ 1 ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਗ੍ਰਾਮਰ ਤੇ ਤੁਹਾਡੇ ਟੈਂਸਸ। ਔਰ ਗ੍ਰਾਮਰ, ਟੈਂਸਸ ਜਾਂ ਮੈਨੂੰ ਕਹਿ ਸਕਦੇ ਕਿ ਤੁਹਾਡੀ ਵੋਕੈਬਲਰੀ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ। ਅਗਰ ਪਹਿਲਾਂ ਤੁਸੀਂ ਪਲੈਨਿੰਗ ਕੀਤੀ ਹੋਈ ਹੈ, ਫੋਰ ਐਗਜ਼ਾਮਪਲ ਅਗਰ ਤੁਹਾਨੂੰ ਪਤਾ ਹੈ ਕਿ ਇਹ ਕੁਐਸਚਨ ਦੇ ਅੰਦਰ ਮੈਨੂੰ ਪੁੱਛਿਆ ਗਿਆ ਹੈ ਟ੍ਰੈਂਡ ਵਾਲਾ ਹੈ। ਟ੍ਰੈਂਡ ਵਾਲਾ ਦਾ ਮਤਲਬ ਇਹ ਹੈ ਕਿ ਹੋ ਸਕਦਾ ਕਿ ਪਾਸਟ ਦੀ ਗੱਲ ਪਹਿਲਾਂ ਕੀਤੀ ਗਈ ਹੈ ਕਿ ਲੈਟਸ ਸੇ ਕਿ 1980 ਤੋਂ ਲੈ ਕੇ 2030 ਦੇ ਵਿੱਚ ਦਾ ਡੇਟਾ ਦਿੱਤਾ ਹੋਇਆ। ਦੈਟ ਮੀਨਸ ਕਿ ਇਹ ਟ੍ਰੈਂਡ ਓਵਰ ਟਾਈਮ ਵਾਲਾ ਜੋ ਹੈ ਕੁਐਸਚਨ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਪਾਸਟ ਵਾਲਾ ਟੈਂਸ ਯੂਜ਼ ਹੋਏਗਾ ਔਰ ਵੋਕੈਬਲਰੀ ਕਿਸ ਤਰੀਕੇ ਦੀ ਯੂਜ਼ ਹੋਏਗੀ। ਸੋ ਐਡਵਾਂਸ ਦੇ ਵਿੱਚ ਤੁਸੀਂ ਪਲਾਨ ਕਰਕੇ ਰੱਖਣਾ, ਸੋ ਤਾਂ ਕਿ ਜੋ ਤੁਸੀਂ ਲਿਖਣ ਲੱਗੋ ਤਾਂ ਤੁਹਾਨੂੰ ਜ਼ਿਆਦਾ ਸੋਚਣਾ ਨਾ ਪਵੇ, ਇਮੀਡੀਏਟਲੀ ਤੁਸੀਂ ਲਿਖ ਸਕੋ। ਨੰਬਰ 3 ਸਭ ਤੋਂ ਮੇਨ ਬੈਨੀਫਿਟ ਹੋਏਗਾ ਦੈਟ ਯੂ ਵਿਲ ਮੇਕ ਫਿਊਅਰ ਮਿਸਟੇਕਸ, ਕਿ ਤੁਹਾਡੀਆਂ ਬਹੁਤ ਘੱਟ ਗਲਤੀਆਂ ਹੋਣਗੀਆਂ, ਖਾਸ ਤੌਰ ਤੇ ਗ੍ਰਾਮਰ ਦੀ ਅਗਰ ਮੈਂ ਗੱਲ ਕਰਾਂ, ਬਿਕੋਜ਼ ਗ੍ਰਾਮਰ ਤੇ ਵੋਕੈਬਲਰੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਰਾਈਟਿੰਗ ਟਾਸਕ 1 ਦੇ ਵਿੱਚ। ਬਹੁਤ ਸਾਰੇ ਸਟੂਡੈਂਟਸ ਆ ਜਿਨ੍ਹਾਂ ਨੇ ਮੈਨੂੰ ਫੀਡਬੈਕ ਦਿੱਤਾ ਕਿ ਸਰ ਪਲੈਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਜਦੋਂ ਅਸੀਂ ਪਲੈਨਿੰਗ ਕਰਦੇ ਹਾਂ ਤਾਂ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਟਾਈਮ ਸਾਡਾ ਸੇਵ ਹੁੰਦਾ। ਸੋ ਤੁਸੀਂ ਵੀ ਪਲੈਨਿੰਗ ਕਰਕੇ, ਮੈਂ ਡਿਸਕਸ ਕਰੂੰਗਾ ਕਿ ਪਲੈਨਿੰਗ ਤੁਸੀਂ ਕਿਵੇਂ ਕਰਨੀ ਹੈ। ਪਲੈਨਿੰਗ ਦੀ ਅਗਰ ਮੈਂ ਗੱਲ ਕਰਾਂ ਤਾਂ ਪਲੈਨਿੰਗ ਆਪਾਂ ਕਰਦੇ ਹਾਂ 4 ਸਟੇਜਸ ਦੇ ਵਿੱਚ। 4 ਸਟੇਜਸ ਨੇ ਜਿਸ ਦੇ ਵਿੱਚ ਤੁਸੀਂ ਪਲਾਨ ਕਰੋਗੇ। ਸਭ ਤੋਂ ਪਹਿਲਾ ਹੈ ਨੰਬਰ 1 ਇਜ਼ ਅੰਡਰਸਟੈਂਡ ਦ ਗ੍ਰਾਫ, ਜਾਂ ਫਿਰ ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਰੈਕਗਨਾਈਜ਼ ਦ ਗ੍ਰਾਫ ਜਾਂ ਫਿਰ ਆਈਡੈਂਟੀਫਾਈ ਦ ਗ੍ਰਾਫ, ਕਿ ਗ੍ਰਾਫ ਨੂੰ ਤੁਸੀਂ ਅੰਡਰਸਟੈਂਡ ਕਰਨਾ। ਇਹ 4 ਜਿਹੜੀਆਂ ਸਟੇਜਸ ਨੇ ਇਹ ਮੈਂ ਡਿਟੇਲ ਦੇ ਵਿੱਚ ਜਾ ਕੇ ਮੈਂ ਐਕਸਪਲੇਨ ਕਰੂੰਗਾ ਔਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਸੀ ਕਿ ਪਲੈਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਪਲੀਜ਼ ਲੈਟ ਮੀ ਨੋ ਇਨ ਦ ਕਮੈਂਟ ਸੈਕਸ਼ਨ ਬਿਲੋ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਪਲੈਨਿੰਗ ਤੁਸੀਂ ਟਾਸਕ 1 ਦੀ ਕਿਸ ਤਰੀਕੇ ਨਾਲ ਕਰ ਸਕਦੇ ਹੋ, ਜਿਹਦੇ ਵਿੱਚ ਕਿ ਸਭ ਤੋਂ ਨੰਬਰ 1 ਜੋ ਆਪਾਂ ਚੀਜ਼ ਕਰਾਂਗੇ ਉਹ ਹੈ ਅੰਡਰਸਟੈਂਡ ਦ ਗ੍ਰਾਫ। ਉਸ ਤੋਂ ਬਾਅਦ ਹੈ ਨੰਬਰ 2 ਕਿ ਡਿਸਕ੍ਰਾਈਬ ਐਨੀ ਕੰਪੈਰੀਜ਼ਨਸ, ਅਗਰ ਤੁਹਾਨੂੰ ਕੁਝ ਕੰਪੈਰੀਜ਼ਨ ਦਿਖਦੇ ਆ। ਉਸ ਤੋਂ ਬਾਅਦ ਹੈ ਕੀ ਐਲੀਮੈਂਟਸ, ਕਿ ਕੀ ਐਲੀਮੈਂਟਸ ਕੀ ਚੀਜ਼ ਹੈ। ਔਰ ਉਸ ਤੋਂ ਬਾਅਦ ਹੈ ਫਿਲ ਇਨਫੋਰਮੇਸ਼ਨ, ਤੁਹਾਡਾ ਜਿਹੜਾ ਸਟਰਕਚਰ ਹੈ ਪ੍ਰੋਪਰ, ਉਹਦੇ ਵਿੱਚ ਮੈਂ ਇੱਕ ਸਟਰਕਚਰ ਫਾਰਮੈਟ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਔਰ ਪਲੈਨਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਂ ਬਾਰ-ਬਾਰ ਕਹਿ ਰਿਹਾ ਤੁਹਾਨੂੰ ਟਾਸਕ 1 ਦੇ ਵਿੱਚ ਜ਼ਰੂਰੀ ਨਹੀਂ ਹੈ, ਟਾਸਕ 2 ਦੇ ਵਿੱਚ ਜਿਵੇਂ ਅਕਸਰ ਸ਼ਾਇਦ ਤੁਸੀਂ ਸੁਣਿਆ ਹੋਣਾ ਕਿ ਆਊਟਲਾਈਨ ਬਹੁਤ ਸਾਰੇ ਸਟੂਡੈਂਟਸ ਕਰ ਲੈਂਦੇ ਔਰ ਬਹੁਤ ਸਾਰੇ ਸਟੂਡੈਂਟਸ ਨੂੰ ਇਵਨ ਆਊਟਲਾਈਨ ਬਾਰੇ ਵੀ ਨਹੀਂ ਪਤਾ। ਸੋ ਉਵੇਂ ਹੀ ਟਾਸਕ 1 ਦੇ ਵਿੱਚ ਪਲੈਨਿੰਗ ਇਟਸ ਵੈਰੀ ਇੰਪੋਰਟੈਂਟ ਔਰ ਇਹ ਸਟਰਕਚਰ ਪਲੈਨਿੰਗ ਕਿਵੇਂ ਕਰਨੀ ਹੈ। ਸੋ ਆਈ ਵਿਲ ਸ਼ੇਅਰ ਡੈਫੀਨਿਟਲੀ ਇਨ ਦ ਨੈਕਸਟ ਵੀਡੀਓ ਲੈਸਨ। ਸੋ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਰ ਇਹ ਤੁਹਾਨੂੰ ਵੀਡੀਓ ਪਸੰਦ ਆਇਆ ਔਰ ਇਫ ਯੂ ਵਾਂਟ ਮੀ ਟੂ ਸ਼ੇਅਰ ਦ ਪਲੈਨਿੰਗ ਸਟਰਕਚਰ ਵਿਦ ਯੂ ਗਾਇਜ਼ ਇਨ ਦ ਨੈਕਸਟ ਵੀਡੀਓ ਲੈਸਨ। ਟਿਲ ਦੈਨ ਟੇਕ ਕੇਅਰ, ਬਾਏ ਬਾਏ, ਐਂਡ ਆਈ'll see you in the next video lesson. Bye bye.